ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀਆਂ ਕਈ ਵੱਡੀਆਂ ਤੇ ਖਾਸ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲੀ ਖਬਰ ਲੁਧਿਆਣਾ ਤੋਂ ਹੈ। ਲੁਧਿਆਣਾ ਵਾਲੇ 18 ਅਪ੍ਰੈਲ ਤੋਂ ਰਾਤ 9 ਵਜੇ ਤੋਂ ਬਾਅਦ ਘਰਾਂ ਤੋਂ ਬਾਹਰ ਨਾ ਨਿਕਲਣ, ਪਰ ਇਹ ਲੁਧਿਆਣਾ ਦੇ ਸਿਰਫ ਇੱਕ ਇਲਾਕੇ ਦੇ ਲਈ ਆਦੇਸ਼ ਜਾਰੀ ਕੀਤਾ ਗਿਆ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫੇਜ਼ 1 ਅਤੇ ਅਰਬਨ ਅਸਟੇਟ ਦੁੱਗਰੀ ਫੇਜ਼ 2 ਦੇ ਵਿੱਚ ਅਗਲੇ ਹੁਕਮਾਂ ਤੱਕ 18 ਅਪ੍ਰੈਲ ਦੀ ਰਾਤ 9 ਵਜੇ ਤੋਂ ਲੋਕਡਾਊਨ ਲਾ ਦਿੱਤਾ ਗਿਆ। ਇਹਨਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਲੁਧਿਆਣਾ ਦੇ ਡੀਸੀ ਨੇ ਇਹ ਹੁਕਮ ਜਾਰੀ ਕੀਤੇ ਨੇ ਤੇ ਦੋਵੇਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਜਿਹੜੇ ਲੁਧਿਆਣਾ ਦੇ ਇਹਨਾਂ ਦੋ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਕਿ ਲੋਕਡਾਊਨ ਲਾਇਆ ਗਿਆ ਹੈ 18 ਅਪ੍ਰੈਲ ਰਾਤ 9 ਵਜੇ ਤੋਂ, ਜਿਹੜਾ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਲੋਕਡਾਊਨ ਦਾ ਮਤਲਬ ਹੈ ਕਿ ਦਿਨ ਰਾਤ ਪਾਬੰਦੀਆਂ ਰਹਿਣਗੀਆਂ, ਇਹ ਨਾਈਟ ਕਰਫਿਊ ਨਹੀਂ ਹੈ। ਅਗਲੀ ਖਬਰ ਹੈ ਕਿਸਾਨਾਂ ਦੇ ਨਾਲ ਜੁੜੀ ਹੋਈ। ਹਰਿਆਣਾ ਦੇ ਬਹਾਦਰਗੜ੍ਹ ਵਿੱਚ KMP ਤੇ ਮੁੜ ਟੋਲ ਵਸੂਲਣ ਤੇ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ। 4 ਦਿਨਾਂ ਤੱਕ ਟੋਲ ਮੁਫਤ ਕਰਨ ਦਾ ਅਲਟੀਮੇਟਮ ਦੇ ਦਿੱਤਾ ਹੈ। ਕਿਸਾਨਾਂ ਨੇ ਸਰਕਾਰ ਨੂੰ 22 ਅਪ੍ਰੈਲ ਤੱਕ ਟੋਲ ਫ੍ਰੀ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ 4 ਦਿਨਾਂ ਤੱਕ ਟੋਲ ਫ੍ਰੀ ਨਾ ਕੀਤਾ ਗਿਆ ਤਾਂ ਅਸੀਂ ਮੁੜ ਧਰਨਾ ਲਾ ਦੇਵਾਂਗੇ। ਦਰਅਸਲ 14 ਅਪ੍ਰੈਲ ਤੋਂ KMP ਤੇ ਮੁੜ ਤੋਂ ਟੋਲ ਵਸੂਲੀ ਸ਼ੁਰੂ ਕਰ ਦਿੱਤੀ ਗਈ ਸੀ। ਕਿਸਾਨਾਂ ਨੂੰ ਜ਼ਬਰਦਸਤੀ ਟੋਲ ਤੋਂ ਹਟਾ ਦਿੱਤਾ ਗਿਆ ਸੀ ਤੇ ਇੱਥੇ ਟੋਲ ਵਸੂਲਣਾ ਸ਼ੁਰੂ ਕਰ ਦਿੱਤਾ ਗਿਆ ਸੀ। ਅਗਲੀ ਖਬਰ ਵੀ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਵੱਡੀ ਪੇਸ਼ਕਸ਼ ਦਿੱਤੀ ਹੈ। ਕਿਹਾ ਕਿ ਕੋਰੋਨਾ ਕਾਰਨ ਪੰਜਾਬ 'ਚ ਲੋਕਡਾਊਨ ਲੱਗਣ ਤੇ ਡਰ ਤੋਂ ਸੂਬੇ ਤੋਂ ਵਾਪਸ ਆਪਣੇ ਘਰ ਜਿਹੜੇ ਪ੍ਰਵਾਸੀ ਮਜ਼ਦੂਰ ਜਾ ਰਹੇ ਨੇ, ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਉਹ ਆਪਣੇ ਘਰਾਂ 'ਚ ਜਾਣ ਦੀ ਬਜਾਏ ਸਾਡੇ ਕੋਲ ਆਉਣ। ਸਾਡੇ ਕੋਲ ਮੁਫਤ ਖਾਣ ਤੇ ਰਹਿਣ ਦਾ ਪ੍ਰਬੰਧ ਹੈ। ਮਜ਼ਦੂਰਾਂ ਦਾ ਕੋਈ ਖਰਚਾ ਅਸੀਂ ਨਹੀਂ ਕਰਵਾਵਾਂਗੇ। ਚੜੂਨੀ ਨੇ ਮਜ਼ਦੂਰਾਂ ਨੂੰ ਅਗਲੇ 6 ਮਹੀਨਿਆਂ ਤੱਕ ਕਿਸਾਨੀ ਅੰਦੋਲਨ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਚੜੂਨੀ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਲੋਕਡਾਊਨ ਲੱਗਿਆ ਸੀ ਤਾਂ ਹਜ਼ਾਰਾਂ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਗਏ ਸੀ। ਬਹੁਤ ਸਾਰੇ ਮਜ਼ਦੂਰਾਂ ਦੀ ਆਪਣੇ ਪਿੰਡ ਵਾਪਸ ਜਾਂਦਿਆਂ ਰਾਹ ਵਿੱਚ ਹੀ ਮੌਤ ਹੋ ਗਈ ਸੀ। ਇਸ ਵਾਰ ਫਿਰ ਸਰਕਾਰ ਨੇ ਪਹਿਲਾਂ ਵਾਂਗ ਲੋਕਡਾਊਨ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਹਦੇ ਨਾਲ ਮਜ਼ਦੂਰਾਂ ਤੇ ਫਿਰ ਤੋਂ ਮੁਸੀਬਤ ਆ ਗਈ ਹੈ ਤੇ ਅਸੀਂ ਮਜ਼ਦੂਰਾਂ ਦੀ ਮੁਸੀਬਤ ਨੂੰ ਸਮਝਦੇ ਹੋਏ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆ ਕੇ ਸਾਡੇ ਮੋਰਚਿਆਂ ਦੇ ਵਿੱਚ ਸਮਰਥਨ ਦੇਣ, ਕਿਉਂਕਿ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਰੇ ਲੱਗਦੇ ਨੇ। ਇਹ ਜਿਹੜੀ ਜੰਗ ਹੈਗੀ ਹੈ ਉਹ ਇਕੱਲੇ ਕਿਸਾਨਾਂ ਦੇ ਨਾਲ ਨਹੀਂ ਬਲਕਿ ਮਜ਼ਦੂਰਾਂ ਦੇ ਨਾਲ ਵੀ ਜੁੜੀ ਹੋਈ ਹੈ, ਦੇਸ਼ ਦੇ ਹਰ ਵਰਗ ਦੇ ਨਾਲ ਜੁੜੀ ਹੋਈ ਹੈ। ਸੋ ਇੱਕ ਵੱਡੀ ਜਿਹੜੀ ਪੇਸ਼ਕਸ਼ ਹੈ ਉਹ ਚੜੂਨੀ ਨੇ ਦਿੱਤੀ ਹੈ ਮਜ਼ਦੂਰਾਂ ਨੂੰ। ਪ੍ਰਵਾਸੀ ਮਜ਼ਦੂਰ ਜਿਹੜੇ ਪੰਜਾਬ ਤੋਂ ਆਪਣੇ ਪਿਤਰੀ ਸੂਬਿਆਂ ਵੱਲ ਜਾ ਰਹੇ ਨੇ ਲੋਕਡਾਊਨ ਦੇ ਡਰ ਕਰਕੇ। ਦੇਖਣਾ ਹੋਏਗਾ ਕਿ ਗੁਰਨਾਮ ਸਿੰਘ ਚੜੂਨੀ ਦੀ ਅਪੀਲ ਕਿੰਨਾ ਕੁ ਅਸਰ ਕਰਦੀ ਹੈ। ਸੋ ਗੁਰਨਾਮ ਸਿੰਘ ਚੜੂਨੀ ਨੇ ਜਿਹੜੀ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਉਸ ਤੇ ਹੁਣ BJP ਦੇ ਲੀਡਰ ਸੁਰਜੀਤ ਜਿਆਣੀ ਨੇ। ਸੁਰਜੀਤ ਜਿਆਣੀ ਹਮੇਸ਼ਾ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਪੰਗੇ ਲੈਂਦੇ ਰਹਿੰਦੇ ਨੇ, ਬਿਆਨਬਾਜ਼ੀਆਂ ਕਰਦੇ ਰਹਿੰਦੇ ਨੇ ਤੇ ਸੁਰਜੀਤ ਜਿਆਣੀ ਨੇ ਕਿਹਾ ਹੈ ਕਿ ਇਹ ਆਪਣੇ ਹਿੱਤਾਂ ਖਾਤਰ ਮਜ਼ਦੂਰਾਂ ਨੂੰ ਕਿਸਾਨ ਧਰਨੇ 'ਚ ਆਉਣ ਦੀ ਅਪੀਲ ਕਰ ਰਹੇ ਨੇ। ਲੰਗਰ ਲਾਉਣਾ ਤਾਂ ਚੰਗੀ ਗੱਲ ਹੈ, ਪਰ ਇਹ ਕਿਸਾਨੀ ਅੰਦੋਲਨ ਵਿੱਚ ਇਕੱਠ ਦੀ ਕਮੀ ਨੂੰ ਪੂਰਾ ਕਰਨ ਲਈ ਮਜ਼ਦੂਰਾਂ ਨੂੰ ਆਪਣੇ ਧਰਨਿਆਂ ਵਿੱਚ ਬੁਲਾ ਰਹੇ ਨੇ। ਇਹਨਾਂ ਕੋਲ ਕਿਸਾਨ ਮਸਲਾ ਨਹੀਂ ਹੈ, ਇਹਨਾਂ ਕੋਲ ਰਾਜਨੀਤੀ ਆ ਗਈ ਹੈ। ਇਹ ਮੁੱਖ ਮੰਤਰੀ ਅਹੁਦੇ ਦੀ ਕੁਰਸੀ ਦੇਖ ਰਹੇ ਨੇ ਤੇ ਸਾਡੀ ਸਰਕਾਰ ਕਿਸਾਨੀ ਮਸਲੇ ਦਾ ਹੱਲ ਤਿਆਰ ਕਰਨ ਦੇ ਲਈ ਬੈਠੀ ਹੈ। ਉਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਸੁਰਜੀਤ ਜਿਆਣੀ ਨੂੰ ਮੋੜਵਾਂ ਜਵਾਬ ਦਿੱਤਾ। ਕਹਿੰਦੇ ਜਿਆਣੀ ਨੂੰ ਵਹਿਮ ਹੈ ਕਿ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦੇ ਇਕੱਠ ਦੀ ਕਮੀ ਹੋ ਰਹੀ ਹੈ। ਸਾਡੇ ਕੋਲ ਬਹੁਤ ਸਾਰੇ ਕਿਸਾਨ ਦਿੱਲੀ ਮੋਰਚਿਆਂ 'ਚ ਪਹੁੰਚ ਰਹੇ ਨੇ। BJP ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਚਾਲਾਂ ਚੱਲ ਰਹੀ ਹੈ। ਇਹਨਾਂ ਨੇ ਕਿਸਾਨਾਂ ਤੇ ਕਰੋਨਾ ਫੈਲਾਉਣ ਦੇ ਦੋਸ਼ ਲਾਏ, ਜਦਕਿ ਕਿਸਾਨੀ ਅੰਦੋਲਨ ਵਿੱਚ ਇੱਕ ਵੀ ਕਿਸਾਨ ਨੂੰ ਕਰੋਨਾ ਨਹੀਂ ਹੋਇਆ। ਚੜੂਨੀ ਨੇ ਕਿਹਾ ਕਿ ਅਸੀਂ ਇਹਨਾਂ ਦੀ ਸਰਕਾਰ 11 ਵਾਰੀ ਮੀਟਿੰਗਾਂ ਕੀਤੀਆਂ ਤੇ ਸਰਕਾਰ ਹਾਲੇ ਤੱਕ ਸਾਨੂੰ ਇਹ ਦੱਸ ਹੀ ਨਹੀਂ ਸਕੀ ਕਿ ਇਹਨਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦਾ ਫਾਇਦਾ ਕੀ ਹੋਏਗਾ। ਸਾਨੂੰ ਸਰਕਾਰ ਨੇ ਇੱਕ ਵਾਰੀ ਪੁੱਛਿਆ ਸੀ ਕਿ ਇਹਨਾਂ ਕਾਨੂੰਨਾਂ 'ਚ ਕਾਲਾ ਕੀ ਹੈ। ਅਸੀਂ ਤਾਂ ਪੂਰੀ ਕਿਤਾਬ ਲਿਖ ਕੇ ਦੇ ਦਿੱਤੀ ਕਿ ਇਹਨਾਂ ਕਾਨੂੰਨਾਂ 'ਚ ਕਾਲਾ ਕੀ ਹੈ, ਪਰ ਸਰਕਾਰ ਸਾਨੂੰ ਇਹਦੇ ਫਾਇਦੇ ਦੱਸਣ ਦੇ ਵਿੱਚ ਨਾਕਾਮਯਾਬ ਰਹੀ ਹੈ। ਕਹਿੰਦੇ ਇਹ ਕਾਨੂੰਨ ਖੇਤੀ ਦਾ ਕਾਨੂੰਨ ਨਹੀਂ ਹੈ, ਇਹ ਕਾਨੂੰਨ ਤਾਂ ਖੇਤੀ ਬਿਜ਼ਨਸ ਕਾਨੂੰਨ ਹੈ। ਸਰਕਾਰ ਸਾਡੀ ਖੇਤੀ ਵੇਚ ਕੇ ਸਾਡਾ ਰੁਜ਼ਗਾਰ ਖੋਣਾ ਚਾਹੁੰਦੀ ਹੈ। ਹਰਿਆਣਾ ਦੇ ਕੁਰੂਕਸ਼ੇਤਰ ਤੋਂ ਖਬਰ ਹੈ ਜਿੱਥੇ ਕਿਸਾਨਾਂ ਨੇ BJP ਲੀਡਰਾਂ ਦਾ ਸਖਤ ਵਿਰੋਧ ਕੀਤਾ। ਪੁਲਿਸ ਤੇ ਕਿਸਾਨਾਂ ਵਿਚਾਲੇ ਇਸ ਦਰਮਿਆਨ ਧੱਕਾ ਮੁੱਕੀ ਵੀ ਹੋਈ। ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ। BJP ਦੇ ਸਮਾਗਮ ਵਾਲੀ ਥਾਂ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇੱਕ ਦਿਨ ਪਹਿਲਾਂ ਵੀ ਕਿਸਾਨਾਂ ਨੇ ਕੁਰੂਕਸ਼ੇਤਰ ਵਿੱਚ BJP ਦਾ ਜ਼ਬਰਦਸਤ ਵਿਰੋਧ ਕੀਤਾ ਸੀ। BJP ਲੀਡਰ ਜੈਪਾਲ ਸਿੰਘ ਨੂੰ ਕਿਸਾਨਾਂ ਨੇ ਗਲੀਆਂ ਵਿੱਚ ਭਜਾਇਆ ਸੀ। ਕਿਸਾਨਾਂ ਨੇ ਕਿਹਾ ਸੀ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ BJP ਲੀਡਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਵਾਂਗੇ। ਉਹਨਾਂ ਨੂੰ ਇਸੇ ਤਰ੍ਹਾਂ ਪੁੱਠੇ ਪੈਰੀਂ ਵਾਪਸ ਭਜਾਇਆ ਜਾਵੇਗਾ। ਉਧਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ 21 ਅਪ੍ਰੈਲ ਨੂੰ ਵੱਡੇ ਕਾਫਲਿਆਂ ਦੇ ਰੂਪ 'ਚ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਕਰੋਨਾ
कोरोना दी आड़ विच किसानी अंदोलन नूं खत्म करन दीआं चालां चल रही है। सूबे दीआं 32 किसान जथेबंदियां दी अगवाई विच बीजेपी दे लीडरां दे घरां दे मूहर, टोल प्लाज़िਆਂ, अंबानी ते अडानी दे कारोबारी टिकाणिਆਂ दे मूहरे, रेलवे स्टेशनां दे पार्कां दे अंदर, निजी खेतरां दे थर्मल प्लांट ते खबर संगरूर तो आ रही है, जिथे किसानां ने अनोखा प्रदर्शन करदिआं अनोखी मंग कीती कि बारदाना दिओ फेरी तहसीलदार नूं छड्डांगे। दरअसल इत्थे किसानां ने एक तहसीलदार नूं नज़रबंद कर लिया। तहसीलदार दे दफ्तर दे अंदर ही धरना ला दिता। किसान दिड़बा मंडी विच बारदाने दी घाट तो परेशान ने। किसानां ने कहा जदों बारदाने दी घाट पूरी होएगी उदों ही असीं अपना धरना खत्म करांगे। तहसीलदार दे दफ्तर विच किसान बीबियां भी धरना ला के बैठियां सी ते इस दफ्तर विच पुलिस भी मौजूद सी। तहसीलदार ने कहा कि बारदाने दी घाट नूं पूरा कर रहे हां ते सवेर तक बारदाने दा पूरा इंतजाम हो जाएगा। मोगा दे साइलो दे मूहरे धरने समेत 125 तो वध थावां ते पंजाब च लगातार धरने चल रहे ने। संयुक्त किसान मोर्चे दे लीडरां ने कहा कि बेशक सोशल मीडिया ते चल रही अफवाहां नूं असीं कोई बहुती तवज्जो नहीं दिंदे, पर फिर भी किसानी अंदोलन नूं सफल बनाउण दे लई हर पक्षों सुचेत हां ते दृढ़ हां। किसान लीडरां ने कहा कि पिछले दिनां तो ऑपरेशन क्लीन दी काफी चर्चा हो रही है, पर असीं स्पष्ट करदे हां कि किसान अपनी होंद दी लड़ाई लड़ रहे ने ते अपने अंदोलन दी सफलता लई ओह जानां कुर्बान करन तो भी गुरेज नहीं करनगे। किसान लीडरां ने कहा कि वाढी दे मौसम दौरान औरतां ते नौजवानां दे जथे टिकरी ते ਸਿੰਘੂ ਬਾਰਡਰ ਤੇ लगातार पहुंच रहे ने ते सरकार किसी वहम च न रहे। सो 32 किसान जथेबंदियां दे वल्लों जिथे 21 अप्रैल नूं वड्डे काफलिਆਂ ਦੇ ਰੂਪ ਚ किसानां नूं दिल्ली सद्दिया गया है, उत्थे ही किसान मजदूर संघर्ष कमेटी दी अगवाई दे विच 5 मई नूं हज़ारां ट्रैक्टर ट्रालियां दा जथा अमृतसर तो दिल्ली कूच करेगा। इस दा ऐलान कमेटी दे सूबा जनरल सकत्तर सरवण सिंह पंधेर ने कीता है। किसान मजदूर संघर्ष कमेटी दी अगवाई दे विच अमृतसर दी दाणा मंडी भगतांवाला दे विच एक वड्डी रैली कीती गई, जिस नूं महा रैली दा नाम दिता गया सी ते इसे रैली दे विच सरवण सिंह पंधेर ने ऐलान कीता है ते नाल ही एक होर वड्डा ऐलान कीता कि 21 तो 25 अप्रैल तक पंजाब दे मुख मंत्री कैप्टन अमरिंदर सिंह ते प्रधान मंत्री नरेंद्र मोदी दे पिंड-पिंड पुतले फूके जाणगे। कारण है कणक दी खरीद जा रहीआं मुश्किलां ते कोरोना दी आड़ विच सरकारां वल्लों लाईआं जा रहीआं पाबंदियां, इन्हां दे खिलाफ पुतले फूक मुजाहरा जिहड़ा ओह कीता जाएगा। सो जिहड़ी महा रैली कीती गई है 18 अप्रैल नूं, उस विच किसानां ने शहीदां नूं याद करदिआं 2 मिनट मौन धार के खड़े होके श्रद्धांजलि दित्ती। महा रैली विच खास करके बीबियां दा वड्डा इकट्ठ देखण नूं मिलिआ। किसान लीडरां ने बीबियां नूं संबोधन करदिआं कहा कि हुण दिल्ली मोर्चे दी कमान बीबियां नूं साਂਭਣੀ ਚਾਹੀਦੀ ਹੈ। ਪੰਧੇਰ ਨੇ ਕਿਸਾਨਾਂ ਨੂੰ ਪਾਰਲੀਮੈਂਟ ਕੂਚ ਕਰਨ ਦੀ ਤਿਆਰੀ ਕਰਨ ਲਈ ਵੀ ਕਿਹਾ, ਕਿਉਂਕਿ ਮਈ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਮੁਤਾਬਿਕ ਪਾਰਲੀਮੈਂਟ ਕੂਚ ਦਾ ਜਿਹੜਾ ਪ੍ਰੋਗਰਾਮ ਹੈ ਉਹ ਦਿੱਤਾ ਜਾਵੇਗਾ ਤੇ ਪੰਧੇਰ ਨੇ ਇਸ ਦੀ ਤਿਆਰੀ ਕਰਨ ਨੂੰ कह भी दिता है कि पार्लीमेंट कूच करन दियां तैयारियां करो। हालांकि चर्चा यह भी चल रही है कि पंजाब दे कुछ किसान लीडरां ने पार्लीमेंट कूच दा प्रोग्राम मुलतवी करन दा ऐलान किया है, पर इस बारे कुछ स्पष्ट नहीं है। मोगा तो खबर है जिथे आम आदमी पार्टी दे पंजाब यूथ दे जॉइंट सकत्तर अमित पुरी ते अणपछाते लोकां ने हमला किया। अमित पुरी दा सरकारी हस्पताल विच इलाज चल रहा है। अमित पुरी दे नाल बुरी तरह कुੱਟਮਾਰ की गई। अमित पुरी अपने मोटरसाइकिल ते किते जा रहा सी। राह विच कुछ अणपछाते लड़कियां ने अमित पुरी नूं रोकिया एक पासे लिजा के कुੱਟਮਾਰ की। विद्यार्थियों तो वसूलियां फीसां वापस करन लई पंजाब दे स्कूल हुण तैयार हो जाण, क्योंकि मंग है जिहड़ी ओह जोर फड़ रही है दिनों दिन। पंजाब सरकार दे वल्लों 10वीं जमात दे पक्के पेपर रद्द करन तो बाद पंजाब स्कूल सिक्ख्या बोर्ड तो ਲੱਖਾਂ विद्यार्थियों कोलों फीसां ते जुर्मानिਆਂ वजों इकट्ठे कीते गए ਕਰੋੜਾਂ रुपए वापस करन दी मंग है जिहड़ी ओह लगातार वधदी जा रही है। अध्यापक जथेबंदी DTF दे लीडरां ने कहा है कि पिछले साल भी अध तो वध बोर्ड ਪ੍ਰੀਖਿਆਵਾਂ रद्द होण ते ਕਿਸੇ भी विद्यार्थी ਨੂੰ फीस वापस नहीं मोड़ी गई। DTF के सूबा प्रधान विक्रम देव सिंह ते जनरल सकत्तर मुकेश कुमार ने कहा है कि पंजाब स्कूल सिक्ख्या बोर्ड ने 10वीं जमात के 3,32,000 विद्यार्थियों तो करीब 36,06 करोड़ रुपए ਪ੍ਰੀਖਿਆ फीस वसूली है ते हुण जो 10वीं जमात के विद्यार्थियों को प्रमोट करके अगली जमात विच भेजण दा फैसला कर लिया है, तां ਪ੍ਰੀਖਿਆ फीस ते जुर्माने तां जरूर वापस होने चाहिए ने ना, क्योंकि जो पेपर नहीं होनी ते फीसां कित्थे लगणीਆਂ ने। बैबल कलां गोलीकांड की गल कर लईए तां सत्ता धिर कांग्रेस दे मूहरे कोटकपुरा गोलीकांड की जांच का काम मुकम्मल करने की चुनौती खड़ी हो गई है, क्योंकि चोणां नेड़े होण कारण ज्यादातर पुलिस अफसरां वल्लों नवीं गठित होण वाली SIT तो लांभे रहण लई हुण तो ही सरकार तक पहुंच की जा रही है। पंजाब ते हरियाणा हाई कोर्ट वल्लों IG कुंवर विजय प्रताप सिंह की अगवाई हेठ कोटकपुरा गोलीकांड की अगवाई कर रही जिहड़ी SIT सी ओहदी जांच रिपोर्ट नूं रद्द करन तो बाद कुंवर विजय प्रताप अपनी नौकरी तो अस्तीफा देण ते अड़े होए ने। उन्हां ने राजपाल VP सिंह बदनौर नाल मीटिंग तो बाद पंजाब विधान सभा के स्पीकर राणा कंवरपाल सिंह नाल भी मीटिंग की। हालांकि
हालांकि केपी सिंह ने कहा कि यह मीटिंग एक रूटीन मीटिंग सी, इहदे विच कोई अजिही गलबात नहीं की गई है। श्रोमणी अकाली दल डेमोक्रेटिक के सीनियर लीडर ते विधायक परमिंदर सिंह ढींडसा ने बादल परिवार दे नाल-नाल कैप्टन अमरिंदर सिंह दी सरकार ते भी निशाना कस्सिया है। कहा कि हाई कोर्ट के फैसले तो बाद जांच टीम के मुखी आईजी कुंवर विजय प्रताप सिंह वालों अहुदे तो अस्तीफा देना कैप्टन ते बादला दोवें दी मिली भुगत दा नतीजा है। ढींडसा ने कैप्टन नूं सवाल किया है कि पंजाब के साबका मुख मंत्री प्रकाश सिंह बादल, उप मुख मंत्री सुबीर सिंह बादल, साबका डीजीपी सुमेध सिंह सैनी, आईजी परमराज सिंह उमरानंगल ਅਤੇ अदाकार अक्षय कुमार समेत होर शख्सियतां नूं जांच विच शामिल करन दे बावजूद कोटकपूरा गोलीकांड की सच्चाई लोकां सामने क्यों नहीं आ सकी ते सिट दे मुखी कुंवर विजय प्रताप सिंह नूं अस्तीफा देण लई मजबूर क्यों होना पिया। सुप्रीम कोर्ट के सीनियर वकील एच.एस. फूलका ने हाई कोर्ट वालों रिपोर्ट रद्द करने के कारण दस्से ने। दरअसल एच.एस. फूलका ने बेअदबी कांड संबंधी कांग्रेस पार्टी नूं एक खुली चिट्ठी लिखी है ते पंजाब सरकार नूं लोकां नाल कीते वादे भी याद करवाए ने कि तुसीं पंजाब दे लोकां नाल बेअदबी कांड दे इंसाफ समेत कई होर वादे करके सरकार बनाई सी ते हुण तुसीं उन्हां वादिआं नूं भुੱਲ नहीं सकदे। फूलका ने SIT की कार्रवाई ते भी सवाल चुके। फूलका ने कहा कि सिट की रिपोर्ट नूं हाई कोर्ट ने इस करके खारिज कर दिता है क्योंकि इसते महज कुंवर विजय प्रताप सिंह ने दस्तखत कीते सी, बाकी मैंबरां ने उसते दस्तखत नहीं कीते। ये सिट कांग्रेस ने बनाई सी, इसलिए कांग्रेस की जवाबदेही बनती है कि वह दस्से कि सिट के होरनां मैंबरां ने जांच रिपोर्ट ते दस्तखत क्यों नहीं कीते। अगस्त 2018 में सरकार ने पड़ताल 3 महीने मुकम्मल करने का ऐलान किया सी, पर 4-4.5 साल बाद भी जांच नहीं हुई। उन्होंने कहा कि जेकर सिट के होर मैंबर ये कहते हैं कि कुंवर विजय प्रताप सिंह ने सही पड़ताल नहीं की जिस करके उन्होंने साइन नहीं किए, तो वो ये भी दसन कि उन्होंने इन्ने चिर की किया। कि उन्होंने फर्ज नहीं सी कि केस की जांच की जाए। उन्होंने काम महज कुंवर विजय प्रताप की पड़ताल विच नुक्स कढ़ना ते मुलजमां नूं फायदा पहुंचाउणा सी। फूलका ने मांग की है कि पंजाब सरकार कोटकपूरा गोलीकांड की पड़तालिया रिपोर्ट से दस्तखत ना करने वाले सिट मैंबरों खिलाफ कार्रवाई करे तो उन्होंने जांच चीफ विजिलेंस कमिश्नर नूं सौंपी जाए, पड़ताल की जाए कि हल्फनामा आखिर उन्होंने क्यों नहीं दिता। जम्मू कश्मीर के कठुआ में काम करने लई पंजाब तो जाने वालों के लिए जरूरी खबर है कि जम्मू कश्मीर प्रशासन ने रोजाना कठुआ जिले में जाने वाले लोगों को करोना टेस्ट करवा के 10 दिनों का पास जारी करने का भरोसा दिता है, क्योंकि कल जो ये सी कि रोजाना उन्होंने करोना की रिपोर्ट देनी पवेगी तो जम्मू मार्ग पर इन्होंने धरना ला दिता सी जिहड़े पंजाब तो जम्मू काम करने लई जाते हैं। दरअसल मजदूरों, दुकानदारों ते राज मिस्त्रियों ने जम्मू कश्मीर प्रशासन वालों रोजाना करोना टेस्ट लाजमी करने खिलाफ माधोपुर के कौमी शाहरां ते आवाजाही ठप्प कर दित्ती सी ते कोई भी वाहन जम्मू कश्मीर की हद अंदर दाखल नहीं होण दिता ते हुण उत्थों दे प्रशासन ने ये जिहड़ी राहत दित्ती है कि एक बारी टेस्ट करवा लो, 10 दिनों का पास तुहानूं जारी कर दिता जाएगा। पंजाब स्कूल सिक्ख्या बोर्ड के सकत्तर कृष्ण कुमार ने गढ़शंकर के बीत इलाके के 22 पिंडां की अचनचेत फेरी दौरान 4 साल पहला पिंड पिपलीवाल के बंद पे प्राइमरी स्कूल नूं मौके ते ही मुड़ खोले जाने की मंजूरी दे दी है। बच्चों की गिणती घट होने करके स्कूल 2017 में बंद हो गया सी। हुण पिंड की सरपंच अमनदीप के वलों आरंभे यत्नां सदका स्कूल दे विच 45 बच्चों की रजिस्ट्रेशन हो चुकी है तो विभाग नूं इस स्कूल का केस मुड़ खोलण संबंधी अपील भेजी हुई सी। नवजोत सिंह सिद्धू की पत्नी नवजोत कौर सिद्धू ने पूरे पंजाब दे विच जाट महासभा टीमां तैयार करने का ऐलान किया है। नवजोत कौर सिद्धू जाट महासभा की औरत विंग की सूबाई प्रधान है। सिद्धू ने कहा कि उन्होंने टीचा नौजवानों की आवाज़ नूं बुलंद करके इस करके उन्होंने हकों लई उह सूबे के हर जिले में जाट महासभा दी टीमां तैयार करना चाहती है। पटियाला दे विच नवजोत कौर सिद्धू ने पत्रकारां नाल गलबात करदिआं दावा किया कि साडा परिवार यानी कि सिद्धू परिवार हमेशा पंजाब ते पंजाबियों के नाल खड़ा, साडे लई अहुदे मायने नहीं रखते। किसानी अंदोलन नाल जुड़ी एक होर अहम खबर आ रही है। हरियाणा के किसान लीडर गुरनाम सिंह चड़ूनी ने किसान अंदोलन दे विच योगदान पाउण वालियां धार्मिक जथेबंदियां दी शलाघा कीती है। चड़ूनी ने कहा कि गुरुद्वारा साहिबाना दे सेवादारां समेत SGPC ने भी बहुत वड्डा योगदान संघर्ष दे विच पाया। इन्हां जथेबंदियां ने दिल्ली मोर्चों दे विच लंगर दी सेवा, टेंटां दी सेवा, होर समान दी सेवा, दवाइयां दी सेवा ते ਜਿਹੜੀ भी लोड़ इत्थे सी सब दी सेवा कीती है। चड़ूनी ने भी कहा कि साडे किसानां ते जो मुकदमे दर्ज हुए उन्होंने मुकदमे लड़ रहे साडे वकीलों के लिए गुरुद्वारा बंगला साहिब विखे खास दफ्तर बनाया गया। चड़ूनी ने कहा कि DSC-MC ने भी गिरफ्तार हुए किसानों को रिहा करवाउण दे लई 30 लाख रुपए के बॉन्ड दिते ने। अगली खबर भी लोक भलाई के कार्यां नाल जुड़ी हुई है। सरबत दा भला चैरिटेबल ट्रस्ट के बानी ते दुबई के उगे कारोबारी डॉक्टर SP सिंह ओबराय ने हुण पंजाब सरकार के सहयोग नाल सूबे दीआं सारियां जेलां च बंद कैदियों की सेहत नूं मुख रखदिआं होइआं जेलां विच डायग्नोस सेंटर
ਤੇ ਲੈਬੋਰਟਰੀਆਂ ਖੋਲ੍ਹਣ ਦਾ ਫੈਸਲਾ ਲਿਆ ਹੈ। ਓਬਰਾਏ ਨੇ ਦੱਸਿਆ ਕਿ ਕੈਦੀਆਂ ਦੇ ਮੁੜ ਵਸੇਬੇ, ਭਲਾਈ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਬਣੇ ਜੇਲ੍ਹ ਬੋਰਡ ਦੇ ਮੈਂਬਰ ਹੋਣ ਦੇ ਨਾਤੇ ਉਹਨਾਂ ਨੇ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਨਲਾਈਨ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਜੇਲ੍ਹਾਂ 'ਚ ਬੰਦ ਕੈਦੀਆਂ ਦੇ ਸਿਹਤ ਪੱਖ ਤੋਂ ਇਲਾਵਾ ਬਿਮਾਰ ਕੈਦੀਆਂ ਨੂੰ ਜੇਲ੍ਹੋਂ ਬਾਹਰ ਲਿਜਾ ਕੇ ਟੈਸਟ ਕਰਾਉਣ ਦੀ ਔਖੀ ਤੇ ਖਰਚੀਲੀ ਪ੍ਰਕਿਰਿਆ ਦਾ ਹਵਾਲਾ ਦਿੰਦਿਆਂ ਟਰੱਸਟ ਦੇ ਵੱਲੋਂ ਜੇਲ੍ਹਾਂ 'ਚ ਡਾਇਗਨੋਸ ਸੈਂਟਰ ਤੇ ਲੈਬੋਰਟਰੀਆਂ ਖੋਲ੍ਹਣ ਦੀ ਤਜਵੀਜ਼ ਰੱਖੀ ਸੀ, ਜਿਸ ਤੇ ਕੈਪਟਨ ਨੇ ਤੁਰੰਤ ਆਪਣੀ ਸਹਿਮਤੀ ਦਿੰਦਿਆਂ ਮੋਹਰ ਲਾ ਦਿੱਤੀ ਹੈ। ਤੇ ਪ੍ਰੋਜੈਕਟ ਦੇ ਪਹਿਲੇ ਪੜਾਅ ਦੇ ਤਹਿਤ 6 ਜ਼ਿਲ੍ਹਿਆਂ ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਲੁਧਿਆਣਾ, ਜਲੰਧਰ, ਫਰੀਦਕੋਟ ਦੀਆਂ ਕੇਂਦਰੀ ਜੇਲ੍ਹਾਂ ਦੇ ਵਿੱਚ ਡਾਇਗਨੋਸ ਸੈਂਟਰ ਤੇ ਲੈਬੋਰਟਰੀਆਂ ਖੋਲ੍ਹੀਆਂ ਜਾਣਗੀਆਂ। ਇੱਕ ਲੈਬੋਰਟਰੀ ਖੋਲ੍ਹਣ ਤੇ ਇਸ ਟਰੱਸਟ ਦਾ ਕਰੀਬ 25 ਤੋਂ 30 ਲੱਖ ਰੁਪਏ ਦਾ ਖਰਚਾ ਆਵੇਗਾ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਐਸਪੀ ਸਿੰਘ ਓਬਰਾਏ ਦਾ ਜਿਹੜਾ ਇਹ ਟਰੱਸਟ ਹੈ ਉਹ ਬਿਨਾਂ ਕਿਸੇ ਦਾਨ ਤੋਂ ਸਿਰਫ ਤੇ ਸਿਰਫ ਉਹਨਾਂ ਦੀ ਮਿਹਨਤ ਦੀ ਕਮਾਈ ਦੇ ਨਾਲ ਚੱਲਦਾ ਹੈ। ਐਸਪੀ ਸਿੰਘ ਓਬਰਾਏ ਨੇ ਐਲਾਨ ਕੀਤਾ ਹੋਇਆ ਹੈ ਕਿ ਉਹ ਆਪਣੇ ਕਾਰੋਬਾਰ ਦਾ 98% ਹਿੱਸਾ ਇਹਨਾਂ ਲੋਕ ਭਲਾਈ ਦੇ ਕੰਮਾਂ ਲਈ ਦਾਨ ਕਰ ਚੁੱਕੇ ਨੇ। ਜ਼ੀਰਕਪੁਰ ਦੇ ਵਿੱਚ ਨਾਈਟ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 3 ਕੇਸ ਦਰਜ ਕੀਤੇ ਗਏ ਨੇ। ਸਥਾਨਕ ਪੁਲਿਸ ਨੇ ਢਾਬਾ ਚਾਲਕ, ਬੇਕਰੀ ਦੁਕਾਨ ਮਾਲਕ ਤੇ ਸਬਜ਼ੀਆਂ ਵੇਚਣ ਵਾਲੇ ਸਮੇਤ 3 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ, ਜਿਨ੍ਹਾਂ ਨੇ ਨਾਈਟ ਕਰਫਿਊ ਦੀ ਉਲੰਘਣਾ ਕਰਦੇ ਹੋਏ ਵੀ ਆਪਣੇ ਕਾਰੋਬਾਰ ਖੋਲ੍ਹੇ ਹੋਏ ਸੀ। ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਅਪਾਹਿਜ ਔਰਤ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਟਿਕਟ ਬੁਕਿੰਗ ਸੈਂਟਰ ਤੱਕ ਛੱਡ ਕੇ ਆਉਂਦਾ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਪੁਲਿਸ ਅਧਿਕਾਰੀ ਵੱਲੋਂ ਔਰਤ ਦੀ ਮਦਦ ਕੀਤੀ ਜਾ ਰਹੀ ਹੈ। ਸ਼ਕਲ ਸੂਰਤ ਤੋਂ ਸਖਤ ਦਿਖਾਈ ਦੇਣ ਵਾਲੇ ਸਿੱਖ ਪੁਲਿਸ ਮੁਲਾਜ਼ਮ ਦਾ ਨਰਮ ਦਿਲ ਉਸ ਸਮੇਂ ਦਿਖਾਈ ਦਿੰਦਾ ਹੈ ਜਦੋਂ ਇੱਕ ਅਪਾਹਿਜ ਔਰਤ ਜਿਸ ਤੋਂ ਤੁਰਿਆ ਨਹੀਂ ਜਾ ਰਿਹਾ ਸੀ ਤੇ ਮੁਲਾਜ਼ਮ ਉਸ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਟਿਕਟ ਬੁਕਿੰਗ ਸੈਂਟਰ ਤੇ ਛੱਡ ਕੇ ਆਉਂਦਾ ਹੈ। ਜਦੋਂ ਇਸ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਮੈਂ ਅਜਿਹਾ ਪਹਿਲੀ ਵਾਰੀ ਨਹੀਂ ਕਰ ਰਿਹਾ। ਜਦੋਂ ਵੀ ਕਿਸੇ ਬਜ਼ੁਰਗ ਜਾਂ ਲੋੜਵੰਦ ਨੂੰ ਦੇਖਦਾ ਤਾਂ ਮਦਦ ਕਰ ਦਿੰਦਾ, ਕਿਉਂਕਿ ਲੋੜਵੰਦਾਂ ਦੀ ਮਦਦ ਕਰਨੀ ਇਨਸਾਨ ਦਾ ਫਰਜ਼ ਹੈ। ਵਿਦਿਆਰਥੀਆਂ ਨਾਲ ਜੁੜੀ ਇੱਕ ਅਹਿਮ ਤੇ ਜ਼ਰੂਰੀ ਖਬਰ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ JEE ਮੇਨ ਦੀ ਅਪ੍ਰੈਲ ਸੈਸ਼ਨ 'ਚ ਹੋਣ ਵਾਲੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਪ੍ਰੀਖਿਆ 27, 28 ਤੇ 30 ਅਪ੍ਰੈਲ ਨੂੰ ਹੋਣੀ ਤੈਅ ਕੀਤੀ ਗਈ ਸੀ, ਪਰ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ ਅਗਲੀ ਤਾਰੀਖ ਹਾਲੇ ਜਾਰੀ ਨਹੀਂ ਕੀਤੀ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਭਰੋਸਾ ਦਿੱਤਾ ਹੈ ਕਿ ਜਦੋਂ ਵੀ ਨਵੀਂ ਤਾਰੀਖ ਜਾਰੀ ਹੋਵੇਗੀ ਤਾਂ 15 ਦਿਨ ਪਹਿਲਾਂ ਇਸ ਦੀ ਜਾਣਕਾਰੀ ਦੇ ਦਿੱਤੀ ਜਾਏਗੀ। ਫਰਵਰੀ ਤੇ ਮਾਰਚ ਵਿੱਚ 2 ਸੈਸ਼ਨ ਪਹਿਲਾਂ ਹੀ JEE ਦੇ ਹੋ ਚੁੱਕੇ ਨੇ। ਕੁਰੂਕਸ਼ੇਤਰ ਤੋਂ ਇੱਕ ਖਬਰ ਆ ਰਹੀ ਹੈ, ਜਿੱਥੇ ਭਾਰਤੀ ਜਨਤਾ ਪਾਰਟੀ ਤੇ ਕਿਸਾਨਾਂ ਦੇ ਵਿਚਕਾਰ ਤਣਾਅ ਵਾਲਾ ਮਾਹੌਲ ਬਣ ਗਿਆ। ਕੁਰੂਕਸ਼ੇਤਰ ਦੇ ਸੈਣੀ ਧਰਮਸ਼ਾਲਾ ਵਿੱਚ ਭਾਜਪਾ ਦੇ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜਯੰਤੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਦੇ ਵਿਰੋਧ ਵਿੱਚ ਤਕਰੀਬਨ 200 ਕਿਸਾਨ ਥੀਮ ਪਾਰਕ ਵਿੱਚ ਇਕੱਠੇ ਹੋਏ। ਪੁਲਿਸ ਨਾਲ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਜਦੋਂ ਪੁਲਿਸ ਤੇ ਕਿਸਾਨਾਂ ਦਰਮਿਆਨ ਕੋਈ ਗੱਲਬਾਤ ਨਾ ਬਣੀ ਤਾਂ ਕਿਸਾਨਾਂ ਨੇ ਥੀਮ ਪਾਰਕ ਤੋਂ ਸੈਣੀ ਧਰਮਸ਼ਾਲਾ ਵੱਲ ਕੂਚ ਕਰ ਦਿੱਤਾ। ਸੈਣੀ ਧਰਮਸ਼ਾਲਾ ਤੋਂ ਤਕਰੀਬਨ 100 ਮੀਟਰ ਪਹਿਲਾਂ ਪੁਲਿਸ ਨੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਰੋਕ ਲਿਆ। ਇੱਥੇ ਪੁਲਿਸ ਤੇ ਕਿਸਾਨਾਂ 'ਚ ਕਾਫੀ ਵਿਵਾਦ ਹੋਇਆ, ਜਿਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬੁਲੇਟਿਨ ਦੇ ਵਿੱਚ ਕੁਝ ਵੱਡੀਆਂ ਤੇ ਖਾਸ ਖਬਰਾਂ ਪੂਰੇ ਭਾਰਤ ਦੀਆਂ। ਸਭ ਤੋਂ ਪਹਿਲਾਂ ਕਰੋਨਾ ਦੀ ਗੱਲ ਕਰਾਂਗੇ, ਕਿਉਂਕਿ ਭਾਰਤ ਤੋਂ ਕਰੋਨਾ ਦੀਆਂ ਹੀ ਖਬਰਾਂ ਆ ਰਹੀਆਂ ਨੇ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਵਿੱਚ ਕਰੋਨਾ ਹਸਪਤਾਲ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ 4 ਮਰੀਜ਼ਾਂ ਦੀ ਵੀ ਇੱਥੇ ਮੌਤ ਹੋ ਗਈ ਹੈ। 3 ਮਰੀਜ਼ ਕਰੋਨਾ ਤੋਂ ਪੀੜਤ ਸਨ। ਅੱਗ ਸ਼ਾਰਟ ਸਰਕਟ ਨਾਲ ਲੱਗੀ ਦੱਸੀ ਜਾ ਰਹੀ ਹੈ। ਹਸਪਤਾਲ 'ਚ ਭਰਤੀ ਮਰੀਜ਼ਾਂ ਦੀ ਮੌਤ ਧੂਏ ਦੇ ਕਾਰਨ ਦਮ ਘੁੱਟਣ ਕਾਰਨ ਹੋਈ ਹੈ। ਦੂਸਰੇ ਮਰੀਜ਼ਾਂ ਨੂੰ ਵੱਖਰੇ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ। ਅੱਗ ਲੱਗਣ ਵਾਲੇ ਵਾਰਡ ਦੇ ਵਿੱਚ 9 ਮਰੀਜ਼ ਭਰਤੀ ਸਨ। ਪੁਲਿਸ ਮੁਤਾਬਕ ਹਸਪਤਾਲ ਦੇ ਵਿੱਚ ਕੁੱਲ 34 ਮਰੀਜ਼ ਸਨ। ਹਰਿਦੁਆਰ ਦੇ ਕੁੰਭ ਮੇਲੇ ਤੋਂ ਇਸ਼ਨਾਨ ਕਰਕੇ ਦਿੱਲੀ ਮੁੜਨ ਵਾਲਿਆਂ ਦੇ ਲਈ ਦਿੱਲੀ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਨੇ। ਇਹਨਾਂ ਸ਼ਰਧਾਲੂਆਂ ਨੂੰ 14 ਦਿਨਾਂ ਦੇ ਲਈ ਘਰ ਵਿੱਚ ਕੁਆਰੰਟਾਈਨ ਰਹਿਣਾ ਪਵੇਗਾ। ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਇਹ ਹੁਕਮ ਜਾਰੀ ਕੀਤੇ ਨੇ ਤੇ ਕਿਹਾ ਹੈ ਕਿ ਕੁੰਭ ਮੇਲੇ ਵਿੱਚ ਜਾਣ ਵਾਲੇ ਦਿੱਲੀ ਸਰਕਾਰ ਦੀ ਵੈਬਸਾਈਟ ਤੇ ਕੁੰਭ ਮੇਲੇ ਤੇ ਜਾਣ ਦੀ ਤਰੀਕ, ਵਾਪਸ ਆਉਣ ਦਾ ਸਮਾਂ, ਆਪਣੇ ਨਿੱਜੀ ਵੇਰਵੇ ਤੇ ਫੋਟੋ ਅਪਲੋਡ ਕਰਨਗੇ ਤਾਂ ਜੋ ਨਿਗਰਾਨੀ ਕੀਤੀ ਜਾ ਸਕੇ। ਕੁੰਭ ਦੇ ਮੇਲੇ ਵਿੱਚ ਕਰੋਨਾ ਦੇ ਕੇਸ ਆਉਣ ਕਾਰਨ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਸੋ ਕੁੰਭ ਜਾਣ ਤੋਂ ਪਹਿਲਾਂ ਤੁਹਾਨੂੰ ਆਪਣੀ ਜਾਣਕਾਰੀ ਦਿੱਲੀ ਸਰਕਾਰ ਦੀ ਵੈਬਸਾਈਟ ਤੇ ਦਰਜ ਕਰਾਉਣੀ ਹੋਵੇਗੀ। ਦਿੱਲੀ ਦੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੇ ਮਹਾਰਾਸ਼ਟਰ ਤੋਂ ਆਉਣ ਵਾਲੇ ਯਾਤਰੀਆਂ ਦੀ ਕੋਵਿਡ ਜਾਂਚ ਨਾ ਕਰਨ ਵਾਲੀਆਂ 4 에ਅਰਲਾਈਨਸ ਦੇ ਖਿਲਾਫ FIR ਦਰਜ ਕਰਨ ਦੇ ਹੁਕਮ ਦਿੱਤੇ ਨੇ। ਇਹਨਾਂ 에ਅਰਲਾਈਨਸ ਦੇ ਵਿੱਚ ਇੰਡੀਗੋ, ਵਿਸਤਾਰਾ, ਸਪਾਈਸਜੈਟ ਤੇ 에ਅਰ ਏਸ਼ੀਆ ਸ਼ਾਮਿਲ ਨੇ। ਇਹ ਕਾਰਵਾਈ ਆਪਦਾ ਪ੍ਰਬੰਧਨ ਐਕਟ ਯਾਨੀ ਕਿ DDMA 2005 ਦੇ ਤਹਿਤ ਕੀਤੀ ਜਾਏਗੀ। ਦਰਅਸਲ ਮਹਾਰਾਸ਼ਟਰ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਕਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ। 10 ਅਪ੍ਰੈਲ ਨੂੰ ਦਿੱਲੀ ਸਰਕਾਰ ਨੇ
कोविड-19 ਦੇ ਮਾਮਲਿਆਂ ਵਿੱਚ ਵਾਧਾ ਹੋਣ ਦੇ ਮੱਦੇਨਜ਼ਰ ਇਹ ਪਾਬੰਦੀਆਂ ਜਾਰੀ ਕੀਤੀਆਂ ਸੀ ਤੇ ਮਹਾਰਾਸ਼ਟਰ ਤੋਂ ਦਿੱਲੀ ਆਉਣ ਵਾਲੇ ਹਰੇਕ ਵਿਅਕਤੀ ਲਈ ਪਹੁੰਚਣ ਤੋਂ 72 ਘੰਟੇ ਪਹਿਲਾਂ ਕੋਰੋਨਾ ਦੀ ਜਾਂਚ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਕੀਤੀ ਗਈ ਸੀ ਤੇ 14 ਦਿਨਾਂ ਦੇ ਲਈ ਕੁਆਰੰਟਾਈਨ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸੀ। ਪਰ ਇਹਨਾਂ 4 에ਅਰਲਾਈਨਸ ਨੇ ਨਿਯਮਾਂ ਦੀ ਉਲੰਘਣਾ ਕੀਤੀ। दिल्ली के मुख्यमंत्री अरविंद केजरीवाल ने केंद्र सरकार तो मदद मंगी है। प्रधानमंत्री मोदी नूं लिखी चिट्ठी विच केजरीवाल ने लिखिया है कि दिल्ली विच कोरोना के हालात बेहद गंभीर ने। कोरोना बैड अते ऑक्सीजन की भारी कमी है। लगभग सारे ICU बैड भर गए ने। अपने पद्धर ते असीं सारे यतन कर रहे हां। तुहाडी मदद की लोड़ है। कांग्रेस लीडर राहुल गांधी ने पश्चिमी बंगाल में होने वालियां अपनियां सारियां चोण रैलियां नूं रद्द करन दा ऐलान किया है ते नाल ही सारियां सियासी पार्टियां दे लीडरां नूं ट्वीट करके कोरोना महामारी दौरान रैलियां करन तो पहलां इस दे नतीजिਆਂ ते गौर करन दी सलाह दित्ती है। इस तो पहलां कांग्रेस के सीनियर लीडर पी चिदंबरम ने प्रधानमंत्री मोदी ते दोष लाया कि देश विच कोरोना के हालात नूं काबू करन दी थां ਉਹ बंगाल दे विच चोण रैलियां कर रहे ने। कोविड-19 कमीशन इंडिया टास्क फोर्स ने अपनी रिपोर्ट विच कहा है कि अध्यापकों ते विद्यार्थियों नूं पहल दे आधार ते कोरोना रोकू टीका लाया जाना चाहिए है ताकि स्कूलों नूं जुलाई दे विच खोलण लई राह पद्धरा हो सके। यह भी कहा गया कि सब तो वध कोरोना प्रभावित सूबिਆਂ ਦੇ ਵਿੱਚ ਇੱਕਦਮ ਸਕੂਲ नहीं खोले जा सकते पर अगले 2 ਮਹੀਨਿਆਂ ਵਿੱਚ एजुकेशन सैक्टर नाल संबंधितां नूं कोरोना रोकू टीके लाए जाण ताकि विद्यार्थियों की पढ़ाई का होर नुकसान ना होवे ते जुलाई विच विद्यक वरा पूरी तरह नाल शुरू हो सके। सो इस बयान तो यही अंदाज़ा लाया जा सकता है कि जून तक कोई भी स्कूल किसी भी सूबे विच शायद नहीं खुल सकेगा तो जेड़े सूबे कोरोना के केस ज़्यादा ने उन्होंने तो बिल्कुल नहीं खुलणगे। ये कमीशन इंडिया टास्क फोर्स ने अपनी रिपोर्ट के विच कहा है। हालांकि उन्होंने ये भी कहा है कि स्कूल बंद होने करके विद्यार्थियों का बहुत नुकसान हो चुक्या है। सेहत माहिरां ने कहा कि देश विच कोरोना रोकू टीके की तीजी डोज के असर का पता लाउण लई हाले होर अंकड़े ते खोज की लोड़ है क्योंकि इस तो पहलां तीजा टीका लाउण की सिफारिश अंदाजे नाल ही की गई है। केंद्रीय सेहत मंत्रालय वालों जारी आंकड़ियां के मुताबिक देश भर विच कुल कोरोना मरीजों की गिणती 1,47,00,000 हो चुकी है। एक्टिव केस 18 लाख का आंकड़ा पार कर गए ने। नीति कमीशन के उप चेयरमैन राजीव कुमार ने कहा है कि कोरोना वायरस की दूसरी लहर कारण आर्थिक मोर्चे ते अनिश्चितता वध सकती है तो ये लई देश नूं तैयार रहना होवेगा। सरकार जदों भी जरूरत पएगी नीतियां लैके आएगी। राजीव कुमार ने मन्निया कि मौजूदा हालात पहलां दे मुकाबले वध मुश्किल ने पर उन्होंने उम्मीद जताई है कि 31 मार्च 2022 नूं खत्म होने वाले वित्ती साल दे विच अर्थव्यवस्था दे विच 11% तक दा वाधा होवेगा। सो नीति कमीशन के उप चेयरमैन का यह बयान अपने आप दे विच काफ़ी कुछ संकेत तुहानूं दे रहा है कि सरकार आउंदे समय दे विच कोरोना के नाम के उत्ते कई नीतियां लिया सकती है ते कई खत्म कर सकती है। कोरोना की दूजी लहर वाले हालातों के विच रेलवे ने अपने डब्बिਆਂ नूं कोविड केयर कोच के विच बदल दिता है। रेलवे का कहना है कि मौजूदा समय विच साडे कोल 16 जोनां दे विच 4002 कोच ने जिन्हां नूं कोविड केयर कोच बना दिता गया तो सूबा सरकार नूं अपील है सारियां सूबा सरकारां नूं अपील है कि वह इन्हां दी वरतों कर सकदियां ने। कांग्रेस के सीनियर लीडर कपिल सिब्बल ने प्रधानमंत्री नरेंद्र मोदी नूं कहा है कि देश दे विच कोरोना के कारण सेहत एमरजेंसी का ऐलान किया जाना चाहिए। चोण रैलियां दे उत्ते रोक लाई जानी चाहिए है। सिब्बल ने ट्वीट किया कि लोगों के सेहतमंद होने की तुलना में कोविड-19 वध तेज़ी दे नाल फैल रहा है। मोदी जी कौमी सेहत एमरजेंसी का ऐलान करो। चोण कमीशन चोण रैलियां ते रोक का ऐलान करे। अदालत लोगों के जीवन की रक्षा करे। बच्चों के मूँह ते चपेड़ा छड्डण वाले मापे अपने हाथ रोक लैण क्योंकि एक नवीं खोज आई है। मापिਆਂ ਨੂੰ ਅਜਿਹੇ ਮਾਪਿਆਂ ਨੂੰ ਜਿਹੜੇ ਬੱਚਿਆਂ ਦੇ ਥੱਪੜ ਮਾਰਦੇ ਨੇ ਉਹਨਾਂ ਨੂੰ ਡਾਕਟਰਾਂ ਨੇ ਇੱਕ ਸੋਧ ਰਾਹੀਂ ਸਾਵਧਾਨ ਕੀਤਾ ਹੈ। ਡਾਕਟਰਾਂ ਦਾ ਕਹਿਣਾ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਕੁੱਟਦੇ ਨੇ ਉਹਨਾਂ ਦੇ ਬੱਚਿਆਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਕੁੱਟਮਾਰ ਨਾਲ ਬੱਚਿਆਂ ਦੇ ਮਨ ਵਿੱਚ ਮਾਪਿਆਂ ਪ੍ਰਤੀ ਡਰ ਦਾ ਮਾਹੌਲ ਬਣਦਾ ਹੈ। ਇਸ ਡਰ ਨਾਲ ਦਿਮਾਗੀ ਗਤੀਵਿਧੀਆਂ ਰੁਕ ਜਾਂਦੀਆਂ ਨੇ ਤੇ ਬੌਧਿਕ ਵਿਕਾਸ ਪ੍ਰਭਾਵਿਤ ਹੁੰਦਾ ਹੈ। ਚਾਈਲਡ ਡਿਵੈਲਪਮੈਂਟ ਨਾਂ ਦੇ ਜਰਨਲ ਵਿੱਚ ਇਹ ਰਿਪੋਰਟ ਛਪੀ ਹੈ ਜਿਸ ਦੇ ਵਿੱਚ ਖੁਲਾਸਾ ਹੋਇਆ ਕਿ ਜਿਨ੍ਹਾਂ ਬੱਚਿਆਂ ਦੀ ਕੁੱਟਮਾਰ ਜ਼ਿਆਦਾ ਹੁੰਦੀ ਹੈ ਉਹਨਾਂ ਦੇ ਦਿਮਾਗ ਵਿੱਚ ਪ੍ਰੀਫਰੰਟਲ ਕੋਰਟੈਕਸ ਦੇ हिस्से विच न्यूरल रिस्पॉन्स वध हुंदा है। अजिहे बच्चे अपने विचार खुल के पेश नहीं कर पाते तो डर सहम के रहते हैं। इस नाल बच्चे अपनी सोच का दायरा भी वधा नहीं पाते। इस चों निकलण लई कई बारी हिंसक भी हो जाते हैं। इस विषय ते खोज करने वाली टीम ने 3 साल तो 11 साल के 147 बच्चों के डेटा नूं इकट्ठा करके खोज की है। इस विच 2 तरह के बच्चों की MRI की गई। पहले वो जिन्हां दी कुटमार
ਹੁੰਦੀ ਹੈ, ਦੂਸਰੇ ਉਹ ਜਿਨ੍ਹਾਂ ਦੀ ਕੁੱਟਮਾਰ ਬਿਲਕੁਲ ਨਹੀਂ ਹੁੰਦੀ। ਤੇ ਜਿਨ੍ਹਾਂ ਬੱਚਿਆਂ ਨਾਲ ਕੁੱਟਮਾਰ ਹੁੰਦੀ ਹੈ ਉਸ ਵਿੱਚ ਖੁਲਾਸਾ ਹੋਇਆ ਕਿ ਅਜਿਹੇ ਬੱਚਿਆਂ ਦੇ ਮਾਨਸਿਕ ਪੱਧਰ ਵਿੱਚ ਲਗਾਤਾਰ ਗਿਰਾਵਟ ਆਉਂਦੀ ਹੈ ਤੇ ਉਹਨਾਂ ਦਾ ਵਰਤਾਓ ਆਮ ਬੌਧਿਕ ਬੱਚਿਆਂ ਵਰਗਾ ਨਹੀਂ ਰਹਿੰਦਾ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਹਾਦਸਾ ਵਾਪਰਿਆ। ਬਦਰੀਨਾਥ ਕੌਮੀ ਇਸ਼ਾਰਾ ਤੇ ਗਰੂੜ ਗੰਗਾ ਦੇ ਨੇੜੇ ਇੱਕ ਕਾਰ ਦੇ ਖੱਡ ਵਿੱਚ ਡਿੱਗ ਜਾਣ ਨਾਲ ਕਾਰ 'ਚ ਸਵਾਰ ਪਿਤਾ ਪੁੱਤਰ ਸਮੇਤ 5 ਜਣਿਆਂ ਦੀ ਮੌਤ ਹੋ ਗਈ ਹੈ। ਚਮੇਲੀ ਦੇ ਜ਼ਿਲ੍ਹਾ ਆਫਤ ਪ੍ਰਬੰਧਨ ਅਧਿਕਾਰੀ NK ਜੋਸ਼ੀ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਹੋਈ ਦੁਰਘਟਨਾ ਵਿੱਚ ਮਾਰੇ ਗਏ ਸਾਰੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ। ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਵਿੱਚ ਇੱਕ ਕੈਂਪ ਅੰਦਰ ਸੈਨਾ ਦੇ ਇੱਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਕਥਿਤ ਤੌਰ ਤੇ ਗੋਲੀ ਮਾਰ ਲਈ। ਇੱਕ ਪੁਲਿਸ ਅਧਿਕਾਰੀ ਦੇ ਮੁਤਾਬਿਕ ਹਨੂਮਾਨ ਚੌਧਰੀ ਨਾਂ ਦਾ ਸਿਪਾਹੀ ਕੇਂਦਰੀ ਡਿਊਟੀ ਤੇ ਸੀ। ਉਖਰਲ ਇਲਾਕੇ ਦੇ ਵਿੱਚ ਅੱਧੀ ਰਾਤ ਨੂੰ ਉਹ ਕੈਂਪ ਦੇ ਵਿੱਚ ਮ੍ਰਿਤਕ ਮਿਲਿਆ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ। ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਜੋ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਉਸ ਨਾਲ ਜੁੜੀ ਅਹਿਮ ਜਾਣਕਾਰੀ ਹੈ। ਅਮਰੀਕੀ ਸੰਸਦ ਮੈਂਬਰਾਂ ਤੇ ਸਿੱਖ ਜਥੇਬੰਦੀਆਂ ਨੇ ਇੰਡੀਆਨਾ ਸੂਬੇ ਦੇ ਵਿੱਚ ਫੈਡੈਕਸ ਕੰਪਨੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਹਮਲੇ ਵਿੱਚ 4 ਸਿੱਖਾਂ ਦੀ ਮੌਤ ਹੋ ਗਈ ਸੀ। ਭਾਰਤੀ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾ ਮੂਰਤੀ ਨੇ ਕਿਹਾ ਹੈ ਕਿ ਇੰਡੀਆਨਾਪੋਲਿਸ ਦੇ ਸਿੱਖ ਇਸ ਘਟਨਾ ਕਾਰਨ ਸ਼ੋਕ ਵਿੱਚ ਨੇ ਤੇ ਉਹਨਾਂ ਦਾ ਦੇਸ਼ ਇਸ ਘੜੀ ਵਿੱਚ ਉਹਨਾਂ ਦੇ ਨਾਲ ਖੜਾ ਹੈ। ਜਾਂਚ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਉਹ ਇਹ ਪਤਾ ਲਾਉਣ ਕਿ ਘਟਨਾ ਨਸਲੀ ਹਿੰਸਾ ਨਾਲ ਪ੍ਰੇਰਿਤ ਸੀ ਜਾਂ ਨਹੀਂ, ਜਾਂ ਇਹ ਸਿਰਫ ਬੰਦੂਕ ਹਿੰਸਾ ਦੀ ਹੀ ਘਟਨਾ ਹੈ ਜਿਸ ਨਾਲ ਅਮਰੀਕਾ ਸ਼ੁਰੂ ਤੋਂ ਜੂਝ ਰਿਹਾ ਹੈ। ਇੰਡੀਆਨਾਪੋਲਿਸ ਦੇ 8 ਗੁਰਦੁਆਰਿਆਂ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਹਾਲੇ ਹਮਲਾਵਰਾਂ ਦਾ ਮਕਸਦ ਨਹੀਂ ਜਾਣਦੇ। ਸਿੱਖ ਪੋਲੀਟੀਕਲ ਐਕਸ਼ਨ ਕਮੇਟੀ ਦੇ ਮੁਖੀ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਟੀਮ ਮੈਂਬਰਾਂ ਦੇ ਨਾਲ ਇਸ ਗੱਲ ਦੀ ਜਾਂਚ ਕਰਨਗੇ ਕਿ ਹਮਲਾ ਕਿਹੜੀਆਂ ਖਾਮੀਆਂ ਦੇ ਕਾਰਨ ਹੋਇਆ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਇੱਕ ਨਰਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਨਰਸ ਦੀ ਪਛਾਣ 39 ਸਾਲਾ ਨਿਵਿਆਨੇ ਪੇਟਿਟ ਫਿਲਿਪਸ ਦੇ ਵਜੋਂ ਹੋਈ ਹੈ। ਅਮਰੀਕੀ ਇੰਟੈਲੀਜੈਂਸ ਸਰਵਿਸ ਦੇ ਮੁਤਾਬਿਕ ਦਰਜ ਮਾਮਲੇ ਮੁਤਾਬਿਕ ਫਿਲਿਪਸ ਨੇ 13 ਤੋਂ 18 ਫਰਵਰੀ ਦਰਮਿਆਨ ਜਾਣਬੁੱਝ ਕੇ ਉਪ ਰਾਸ਼ਟਰਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਨਰਸ ਫਿਲਿਪਸ ਜੈਕਸਨ ਹੈਲਥ ਸਿਸਟਮ ਨਾਲ ਸੰਬੰਧਿਤ ਹੈ। ਇਸ ਨੇ ਜੇਲ੍ਹ ਵਿੱਚ ਬੰਦ ਆਪਣੇ ਪਤੀ ਨੂੰ ਵੀਡੀਓ ਭੇਜ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵਿਰੁੱਧ ਮਾੜੀ ਸ਼ਬਦਾਵਲੀ ਵਰਤੀ ਹੈ। ਇਸ ਵਿੱਚ ਕਿਹਾ ਉਸਨੇ ਕਿ ਕਮਲਾ ਹੈਰਿਸ ਤੁਸੀਂ ਮਰਨ ਜਾ ਰਹੇ ਹੋ, ਤੁਹਾਡੇ ਕੋਲ ਗਿਣਤੀ ਦੇ ਹੀ ਦਿਨ ਬਚੇ ਨੇ। ਇਸ ਤੋਂ ਬਾਅਦ ਉਸਨੇ 18 ਫਰਵਰੀ ਨੂੰ ਫਿਰ ਇੱਕ ਹੋਰ ਵੀਡੀਓ ਜਾਰੀ ਕਰਕੇ ਧਮਕੀ ਦਿੱਤੀ। ਚੀਨ ਤੇ ਅਮਰੀਕਾ ਜਿਹੜੇ ਹਮੇਸ਼ਾ ਆਪਸ ਦੇ ਵਿੱਚ ਲੜਦੇ ਹੀ ਰਹਿੰਦੇ ਨੇ, ਉਹਨਾਂ ਦੋਵਾਂ ਮੁਲਕਾਂ ਨੇ ਹੁਣ ਜਲਵਾਯੂ ਪਰਿਵਰਤਨ ਦੇ ਮਸਲੇ ਤੇ ਹੱਥ ਮਿਲਾ ਲਿਆ। ਚੀਨ ਵਿੱਚ ਕਾਰਬਨ ਪੈਦਾ ਹੋਣ ਕਾਰਨ ਉੱਥੋਂ ਦੀ ਹਵਾ ਕਾਫੀ ਖਰਾਬ ਹੈ ਤੇ ਦੋਵਾਂ ਮੁਲਕਾਂ ਨੇ ਜਲਵਾਯੂ ਪਰਿਵਰਤਨ ਨਾਲ ਨਿਪਟਣ ਦੇ ਲਈ ਆਪਸ ਦੇ ਵਿੱਚ ਅਤੇ ਦੂਸਰੇ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਤੇ ਵਚਨਬੱਧਤਾ ਦੁਹਰਾਈ ਹੈ। ਈਰਾਨ ਦੇ ਵਿੱਚ ਭੂਚਾਲ ਦੀ ਵੱਡੀ ਖਬਰ ਆਈ ਹੈ। ਈਰਾਨ ਦੇ ਦੱਖਣ ਪੱਛਮੀ ਇਲਾਕੇ ਦੇ ਵਿੱਚ 5.9 ਤੀਬਰਤਾ ਦਾ ਭੂਚਾਲ ਆਇਆ ਹੈ ਤੇ ਜ਼ਮੀਨ ਤੋਂ 10 ਕਿਲੋਮੀਟਰ ਡੂੰਘਾਈ ਦੇ ਵਿੱਚ ਐਪੀਸੈਂਟਰ ਨਾਪਿਆ ਗਿਆ ਹੈ। ਈਰਾਨ ਦੇ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਅਸਰ ਫਾਰਸ ਦੀ ਖਾੜੀ ਸਮੇਤ ਦੱਖਣ ਪੱਛਮੀ ਹਿੱਸੇ ਤੱਕ ਮਹਿਸੂਸ ਕੀਤਾ ਗਿਆ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਰਾਹਤ ਰਹੀ ਹੈ। ਤੇ ਹੁਣ ਬੁਲੇਟਿਨ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਲੰਡਨ ਤੋਂ ਇੱਕ ਦਿਲਚਸਪ ਖਬਰ ਦੱਸਦੇ ਹਾਂ। ਲੰਡਨ ਵਿੱਚ ਇੱਕ ਨਵੇਂ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੇ ਆਨਲਾਈਨ ਗ੍ਰੋਸਰੀ ਸਟੋਰ ਤੋਂ ਐਪਲ ਯਾਨੀ ਕਿ 1 ਕਿਲੋ ਸੇਬ ਮੰਗਵਾਏ ਸੀ, ਪਰ ਸੇਬਾਂ ਦੇ ਨਾਲ ਵਿਅਕਤੀ ਨੂੰ ਮੁਫਤ ਆਈਫੋਨ ਦੀ ਵੀ ਡਿਲੀਵਰੀ ਹੋ ਗਈ। 50 ਸਾਲਾ ਲੰਡਨ ਨਿਵਾਸੀ ਨਿਕ ਜੇਮਸ ਨੂੰ ਗ੍ਰੋਸਰੀ ਆਈਟਮ ਨਾਲ ਮੁਫਤ ਆਈਫੋਨ SE ਦਿੱਤਾ ਗਿਆ। ਨਿਕ ਜੇਮਸ ਨੂੰ ਆਈਫੋਨ SE ਆਨਲਾਈਨ ਰਿਵਾਰਡ ਸਕੀਮ ਤਹਿਤ ਮਿਲਿਆ। ਨਿਕ ਜੇਮਸ ਨੇ UK ਆਧਾਰਿਤ ਸੁਪਰਮਾਰਕੀਟ ਚੇਨ ਟੈਸਕੋ ਦੇ ਨਾਲ ਗ੍ਰੋਸਰੀ ਆਈਟਮ ਐਪਲ ਮੰਗਵਾਇਆ ਸੀ ਯਾਨੀ ਕਿ ਸੇਬ ਮੰਗਵਾਇਆ ਸੀ, ਪਰ ਉਸਨੂੰ ਆਈਫੋਨ SE ਵੀ ਮਿਲ ਗਿਆ। ਨਿਕ ਜੇਮਸ ਨੇ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ ਤੇ ਇੱਕ ਟਵੀਟ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਧੰਨਵਾਦ ਵੀ ਕੀਤਾ ਹੈ। ਲਿਖਿਆ ਕਿ ਟੈਸਕੋ ਵੱਲੋਂ ਦਿੱਤੇ ਗਏ ਸ਼ਾਨਦਾਰ ਤੋਹਫੇ ਦੇ ਲਈ ਮੈਂ ਧੰਨਵਾਦ ਕਰਦਾ। ਲੰਘੇ ਬੁੱਧਵਾਰ ਨੂੰ ਜਦੋਂ ਆਪਣੇ ਆਰਡਰ ਨੂੰ ਪਿਕਅਪ ਕਰਨ ਦੇ ਲਈ ਨਿਕ ਜੇਮਸ ਗਿਆ ਤਾਂ ਮੁਫਤ ਇੱਕ ਸਰਪ੍ਰਾਈਜ਼ ਗਿਫਟ ਮਿਲਿਆ। ਜਦੋਂ ਘਰ ਆ ਕੇ ਗਿਫਟ ਨੂੰ ਖੋਲ੍ਹਿਆ ਤਾਂ ਨਿਕ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕਿਉਂਕਿ ਸਰਪ੍ਰਾਈਜ਼ ਬਾਕਸ ਦੇ ਵਿੱਚ ਐਪਲ ਆਈਫੋਨ SE ਸੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।